ਅੱਜ ਆਪਾਂ ਸਟਾਰਟ ਕਰਨਾ ਸੀਗਾ ਇੰਪੀਡੈਂਸ ਨੂੰ। ਇੰਪੀਡੈਂਸ ਨੂੰ ਕਿਹਦੇ ਨਾਲ ਨੋਟ ਕੀਤਾ ਜਾਂਦਾ ਹੈਗਾ? ਜ਼ੈਡ ਦੇ ਨਾਲ। ਸਾਨੂੰ ਪਤਾ ਵੀ ਜ਼ੈਡ ਕੀ ਸੀਗਾ, ਉਹ ਰੈਜ਼ਿਸਟੈਂਸ ਸੀ ਜਿਹੜਾ ਆਫਰ ਕੀਤਾ ਜਾਊਗਾ ਜਦੋਂ ਅਸੀਂ ਇੱਕ ਇਹ ਉਹ ਰੈਜ਼ਿਸਟੈਂਸ ਹੋਊਗਾ ਜਿਹੜਾ ਆਫਰ ਕੀਤਾ ਜਾਊਗਾ ਕਿਸ ਟਾਈਮ ਤੇ, ਜਦੋਂ ਅਸੀਂ ਇੱਕ ਐਲ ਸੀ ਤੇ ਆਰ ਨੂੰ ਕਨੈਕਟ ਕੀਤਾ ਕਿਹਦੇ ਵਿੱਚ, ਸੀਰੀਜ਼ ਦੇ ਵਿੱਚ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਉਸ ਟਾਈਮ ਤੇ ਸਾਨੂੰ ਜਿਹੜਾ ਰੈਜ਼ਿਸਟੈਂਸ ਅਸੀਂ ਫਾਈਂਡ ਆਊਟ ਕਰ ਲਾਂਗੇ ਉਹ ਸਾਡੇ ਲਈ ਕੀ ਹੋਊਗਾ, ਇੰਪੀਡੈਂਸ। ਤਾਂ ਇੰਪੀਡੈਂਸ ਦੀ ਡੈਫੀਨੇਸ਼ਨ ਕੀ ਬਣ ਗਈ, ਇੱਕ ਰਿਜ਼ਲਟੈਂਟ ਰੈਜ਼ਿਸਟੈਂਸ ਹੈ ਜਿਹੜਾ ਇੱਕ ਸਰਕਟ ਦੇ ਵਿੱਚ ਕੀ ਹੋਊਗਾ, ਤਿਆਰ ਹੋਊਗਾ ਜਿਸ ਟਾਈਮ ਤੇ ਏਸੀ ਕਰੰਟ ਜਿਹੜਾ ਉਹ ਪਾਸ ਆਊਟ ਕਰਾਂਗੇ। ਚਲੋ ਇਹਨੂੰ ਕੰਟੀਨਿਊ ਕਰਦੇ ਆਪਾਂ। ਫਸਟ ਸਾਡੀ ਸਰਕਟ ਡਾਇਗਰਾਮ ਕੀ ਸੀ, ਇਹਦੇ ਵਿੱਚ ਮੈਂ ਲਾਸਟ ਵਾਲਾ ਥੋੜਾ ਜਿਹਾ ਰਿਪੀਟ ਕਰੂੰਗਾ ਕਿ ਤੁਹਾਡੇ ਕੋਲੇ ਐਲ ਆ ਗਈ, ਸੌਰੀ ਸੀ, ਇਹ ਅੱਗੇ ਪਿੱਛੇ ਲੱਗ ਗਿਆ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਸ ਤੋਂ ਬਾਅਦ ਸਾਡਾ ਇੰਡਕਟਰ ਆ ਗਿਆ ਐਲ, ਫਿਰ ਅਸੀਂ ਕੀ ਕਰਨਾ ਹੈਗਾ, ਰੈਜ਼ਿਸਟੈਂਸ ਅਟੈਚ ਕਰਨੀ ਹੈ ਆਰ। ਤਿੰਨਾਂ ਦੇ ਵਿੱਚੋਂ ਕੀ ਪਾਸ ਕਰਵਾਉਣਾ ਆਪਾਂ, ਏਸੀ ਕਰੰਟ। ਹੁਣ ਜਿਹੜੇ ਖੁਦ ਰੈਜ਼ਿਸਟੈਂਸ ਪ੍ਰੋਡਿਊਸ ਕਰਨਗੇ ਜਿਹਨੂੰ ਆਪਾਂ ਰੈਕਟੈਂਸ ਬੋਲਿਆ ਸੀਗਾ, ਉਹ ਕੀ ਹੋਊਗਾ, ਸਾਰਿਆਂ ਦਾ ਵੱਖਰਾ ਵੱਖਰਾ ਹੋਊਗਾ। ਜਿਵੇਂ ਫਸਟ ਤੁਸੀਂ ਦੇਖਿਆ ਸੀ ਵੀ ਇਹਦੇ ਦੁਆਰਾ ਜਿਹੜਾ ਆਫਰ ਕੀਤਾ ਜਾਊਗਾ ਉਹ ਐਕਸ ਸੀ ਹੋਊਗਾ, ਇੰਡਕਟਰ ਦੁਆਰਾ ਜਿਹੜਾ ਪ੍ਰੋਡਿਊਸ ਹੋਊਗਾ ਰੈਜ਼ਿਸਟੈਂਸ ਐਕਸ ਐਲ, ਜਿਹੜਾ ਆਰ ਦੁਆਰਾ ਹੋਊਗਾ ਉਹ ਐਕਸ ਆਰ। ਤਾਂ ਫਸਟ ਤੁਹਾਡੇ ਧਿਆਨ ਚ ਹੋਣਾ ਓਹਮਜ਼ ਲਾ, ਵਹੀਕਲ ਕੀ ਸੀਗਾ, ਆਈ ਆਰ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਜਦੋਂ ਕਰੰਟ ਪਾਸ ਕਰਵਾਵਾਂਗੇ ਇੱਕ, ਹੁਣ ਅਸੀਂ EMF ਨੋਟ ਕਰਦੇ ਹਾਂ। ਜਦੋਂ ਕਰੰਟ ਪਾਸ ਕਰੂਗਾ ਕਿਹਦੇ ਥਰੂ, ਇੱਕ ਕਪੈਸੀਟਰ ਦੇ ਥਰੂ, ਤਾਂ ਸਾਡੇ ਕੋਲੇ ਜਿਹੜਾ E ਸੀ ਉਹ ਕਿੰਨੀ ਬਣ ਜੂ, I X C, ਯਾਨੀ ਕਿ ਇਹ B ਆ ਗਿਆ ਪੋਟੈਂਸ਼ੀਅਲ, I ਆ ਗਿਆ ਤੇ ਉਹਦਾ ਰੈਜ਼ਿਸਟੈਂਸ ਜਿਹੜਾ ਉਹ ਕੀ ਆ ਗਿਆ R। ਇਹਨੂੰ ਅਸੀਂ ਨੰਬਰ 1 ਦੇ ਦਾਂਗੇ। ਸੈਕੰਡ ਤੇ ਸਾਡੇ ਕੋਲੇ EMF ਕਿਸ ਟਾਈਮ, ਜਦੋਂ ਅਸੀਂ ਇੰਡਕਟਰ ਜਿਹੜਾ L ਉਹਨੂੰ ਕਨੈਕਟ ਕੀਤਾ ਤਾਂ ਤੁਹਾਡੇ ਕੋਲੇ EMF ਕਿੰਨੀ ਹੋ ਜੂਗੀ, EL ਇਕੁਅਲ ਟੂ I ਕਰੰਟ X L। ਇਹਨੂੰ ਅਸੀਂ ਨੰਬਰ ਇਕੁਏਸ਼ਨ 2 ਦੇ ਦਾਂਗੇ। ਥਰਡ EMF ਕਿਸ ਟਾਈਮ, ਜਦੋਂ ਅਸੀਂ ਰੈਜ਼ਿਸਟੈਂਸ ਦੇ ਥਰੂ ਪਾਸ ਕਰਵਾਵਾਂਗੇ AC ਕਰੰਟ, ਤਾਂ ਤੁਹਾਡੇ ਕੋਲ ਜਿਹੜੀ EC ਹੈ ਉਹ ਕਿੰਨੀ ਆ ਜੂਗੀ, ਇਕੁਅਲ ਟੂ I X R। ਇਹ ਤੁਹਾਡੇ ਕੋਲੇ ਇਕੁਏਸ਼ਨ ਨੰਬਰ 3 ਆ ਜੂ। ਇਸ ਤੋਂ ਬਾਅਦ ਹੁਣ ਅਸੀਂ ਕਰਨਾ ਹੈਗਾ, ਇਹਨਾਂ ਤਿੰਨਾਂ ਦੁਆਰਾ ਜਿਹੜਾ ਰੈਜ਼ਿਸਟੈਂਸ ਆਫਰ ਹੋ ਉਹਦੇ ਲਈ ਆਪਾਂ ਰਿਜ਼ਲਟੈਂਟ ਕੱਢਾਂਗੇ, ਜਿਹੜਾ ਇੰਪੀਡੈਂਸ ਕਹਿੰਦੇ ਆਪਾਂ ਜਿਹਨੂੰ। ਤਾਂ ਇੰਪੀਡੈਂਸ ਹੈ ਜਿਹੜੀ ਹੁਣ ਉਸ ਕੀ ਲਿਖਾਂਗੇ ਜ਼ੈਡ ਦੇ ਨਾਲ, ਉਹ ਕਿੰਨੀ ਹੋਊਗੀ ਵੀ ਪੋਟੈਂਸ਼ੀਅਲ ਦੇ ਅਕੋਰਡਿੰਗ ਉਹਦਾ ਰਿਲੇਸ਼ਨ ਕੀ ਬਣੂਗਾ, B ਇਕੁਅਲ ਪੋਟੈਂਸ਼ੀਅਲ ਆ ਗਿਆ ਇਕੁਅਲ ਟੂ IR ਹੁੰਦਾ ਨਾ, ਇੱਥੇ R ਹੈ ਉਹਦੀ ਜਗ੍ਹਾ ਤੇ ਆਪਾਂ Z ਲਿਖ ਲਿਆ ਵੀ। Z ਕੀ ਹੈ ਸਾਡੇ ਲਈ, ਇੱਕ ਜਿਹੜਾ ਉਹ ਰੈਜ਼ਿਸਟੈਂਸ ਹੈ ਜਿਹੜਾ ਤਿੰਨਾਂ ਦੁਆਰਾ ਮਿਲ ਕੇ ਆਫਰ ਕੀਤਾ ਜਾਊਗਾ।
ध्यान च आ गया सारा पिछला, कोई रिवाइज करने की लोड़ तो नहीं। बी इक्वल आई आर आ गया, जो कैपेसिटेंस के थ्रू पास होगा एसी करंट तो ई सी पा दो बस, उत्थे आई एक्स सी बन जूगी, रिएक्टेंस है कैपेसिटर की। एल के थ्रू करांगे तो ई एल आई एक्स एल आ जूगा, जो आर के थ्रू पास करांगे तो आप ई आर आई एक्स आर आ जूगा। जो आप रिजल्टेंट कढ़ांगे तो ई इक्वल की आ जूगा आई जेड, ये बन गया अपने को। ਹੁਣ ਆਪਾਂ ਨੈਕਸਟ ਕੀ ਕਰਨਾ ਹੈਗਾ, ਇਹਨਾਂ ਦਾ ਰਿਲੇਸ਼ਨ ਜਦੋਂ ਰੈਡੀ ਕਰਨਾ ਹੈ ਤਾਂ ਰਿਲੇਸ਼ਨ ਵੇਲੇ ਧਿਆਨ ਰੱਖਣਾ ਇੱਕ ਬੱਚੇ ਮੈਸ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ? ਓਕੇ ਜਸਪ੍ਰੀਤ ਠੀਕ ਹੈ। ਹੁਣ ਵੀ ਅਸੀਂ ਕੀ ਕਰਾਂਗੇ, ਇੱਥੇ ਗ੍ਰਾਫ ਪਲਾਟ ਕਰਾਂਗੇ ਜਿਹੜਾ ਤਿੰਨਾਂ ਦਾ ਰਿਲੇਸ਼ਨ ਡਰਾਈਵ ਕਰੇ। ਤੁਹਾਡੇ ਧਿਆਨ ਚ ਹੋਊਗਾ ਵੀ ਜਦੋਂ ਅਸੀਂ ਕਰੰਟ ਪਾਸ ਕਰਦੇ ਸੀ ਰੈਜ਼ਿਸਟੈਂਸ ਦੇ ਥਰੂ ਤਾਂ ਈਐਮਐਫ ਹੈ ਜਿਹੜੀ ਉਹ ਕੀ ਚੱਲਦੀ ਸੀ, ਐਕਸਿਸ ਦੇ ਅਲੋਂਗ ਇਨ ਫੇਜ਼ ਚੱਲਦੀ ਸੀ ਵਿਦ ਕਰੰਟ। ਜਦੋਂ ਅਸੀਂ ਕੈਪੈਸੀਟਰ ਦੇ ਥਰੂ ਪਾਸ ਕਰਦੇ ਸੀ ਤਾਂ ਉਹ ਕੀ ਹੋ ਜਾਂਦੀ ਸੀ, ਈਐਮਐਫ ਹੈ ਜਿਹੜੀ ਉਹ ਪਿੱਛੇ ਰਹਿ ਜਾਂਦੀ ਸੀ। ਜਦੋਂ ਇੰਡਕਟਰ ਦੇ ਥਰੂ ਪਾਸ ਕਰਦੇ ਸੀ ਤਾਂ ਈਐਮਐਫ ਹੈ ਜਿਹੜੀ ਉਹਦਾ ਰਿਲੇਸ਼ਨ ਉਹਦੇ ਨਾਲ ਕੀ ਬਣ ਜਾਂਦਾ ਸੀ, ਇਹ 90 ਦਾ ਫੇਜ਼ ਜਿਹੜਾ ਉਹ ਬਣ ਜਾਂਦਾ ਸੀਗਾ, ਉਹ ਫਾਰਵਰਡ ਹੋ ਜਾਂਦਾ ਸੀ। ਤਾਂ ਰਿਜ਼ਲਟੈਂਟ ਜਿਹੜੀ ਤੁਹਾਡੀ ਇੰਪੀਡੈਂਸ ਹੈ ਉਹ ਆ ਬਣ ਜੂ, ਇਹਨੂੰ ਅਸੀਂ ਕਿਹਦੇ ਨਾਲ ਲਿਖਾਂਗੇ, ਜ਼ੈਡ ਨਾਲ। ਇਹਨੂੰ ਮਿਲਾ ਦਾਂਗੇ, ਇਹ ਤੁਹਾਡਾ 90 ਦਾ ਐਂਗਲ ਬਣ ਗਿਆ 0, ਇਹਨੂੰ ਬੀ ਕਹਿ ਦਿਓ ਤੇ ਇਹ ਤੁਹਾਡੇ ਕੋਲ ਕੀ ਆ ਗਿਆ ਏ। ਇਸ ਤੋਂ ਬਾਅਦ ਦੇਖੋ ਇਹ ਕੀ ਹੈ, ਈਐਮਐਫ ਇੰਡਕਟਰ ਦੀ ਹੈ, ਇਹ ਕੈਪੈਸਿਟਰ ਦੀ ਹੈ। ਦੋਨਾਂ ਦਾ ਹੁਣ ਅਸੀਂ ਰਿਜ਼ਲਟੈਂਟ ਜਿਹੜਾ ਏ ਵੀ ਦੇ ਅਲੋਂਗ ਦੇਖਾਂਗੇ ਤਾਂ ਕੀ ਹੋਊਗਾ, ਉਹ ਇਕੁਅਲ ਤੇ ਆਪੋਜੀਟ ਹੋਣ ਕਰਕੇ ਈ ਐਲ ਜ਼ਿਆਦਾ ਹੋਊਗੀ, ਈ ਸੀ ਘੱਟ ਹੋਊਗੀ, ਤਾਂ ਇਹ ਵਾਲਾ ਪੋਰਸ਼ਨ ਤੁਹਾਡੇ ਕੋਲ ਕੀ ਰਹਿ ਜਾਊਗਾ, ਈ ਐਲ ਮੈਂਸ ਈ ਸੀ ਇਹ ਆ ਜੂ। ਹੁਣ ਅਸੀਂ ਕਰਾਂਗੇ ਕਿ ਇਹਨਾਂ ਨੂੰ ਟ੍ਰਾਇੰਗਲ ਨੂੰ ਯੂਜ਼ ਕਰਾਂਗੇ, ਕਿਹੜੀ ਵਾਲੀ, ਓ ਏ ਬੀ। ਓ ਏ ਬੀ ਦੇ ਵਿੱਚ ਤੁਸੀਂ ਕੀ ਨੋਟ ਕਰ ਰਹੇ ਹੋ, ਪੈਥਾਗੋਰਸ ਥਿਊਰਮ ਅਪਲਾਈ ਕਰੋ। ਓ ਬੀ ਦਾ ਸਕੁਅਰ ਇਕੁਅਲ ਕੀ ਆ ਜਾਊਗਾ, ਓ ਏ ਦਾ ਸਕੁਅਰ ਪਲਸ ਏ ਬੀ ਦਾ ਸਕੁਅਰ। ਹੁਣ ਜਿਹੜਾ ਓ ਬੀ ਹੈ ਇਹਦੇ ਅਲੋਂਗ ਕੌਣ ਆਉਂਦਾ ਹੈ, ਆਪਣੇ ਕੋਲ ਇੱਕ ਹੋਰ ਜਿਹੜਾ ਰੈਜ਼ਿਸਟੈਂਸ ਜਿਹੜਾ ਤਿੰਨਾਂ ਦੁਆਰਾ ਮਿਲ ਕੇ ਆਫਰ ਕੀਤਾ ਜਾਊਗਾ, ਤਾਂ ਅਸੀਂ ਇੱਥੇ ਦੀ ਵੈਲਿਊ ਲਿਖਾਂਗੇ, ਉਹ ਕੀ ਹੋਊਗੀ E, ਉਹਦਾ ਸਕੁਅਰ ਆ ਜਾਊ। ਨੈਕਸਟ ਉਹ ਏ ਦੇ ਅਲੋਂਗ ਕੀ ਆਉਂਦਾ ਹੈ, ਰੈਜ਼ਿਸਟੈਂਸ ਦਾ ਪਾਰਟ, ਇਹਦਾ ਸਕੁਅਰ ਆ ਜਾਊਗਾ। ਨੈਕਸਟ ਏ ਬੀ ਦੇ ਅਲੋਂਗ ਕੀ ਆਉਂਦਾ ਹੈਗਾ ਸਾਡੇ ਕੋਲ, ਈ ਐਲ ਮੈਂਸ ਈ ਸੀ ਦਾ ਹੋਲ ਸਕੁਅਰ, ਇਹ ਬਣ ਗਿਆ। ਇਸ ਤੋਂ ਬਾਅਦ ਇਹਦੀਆਂ ਵੈਲਿਊਜ਼ ਜਿਹੜੀਆਂ ਪੁੱਟ ਕਰ ਦੋ, ਇਹਦੀ ਕਿਸੇ ਵੈਲਿਊ आई जेड ਦਾ ਹੋਲ ਸਕੁਅਰ। ਨੈਕਸਟ ਹੈਗਾ ਤੁਹਾਡੇ ਕੋਲ आई आर ਦੀ ਵੈਲਿਊ ਕੀ ਸੀ, ਇਕੁਏਸ਼ਨ ਨੰਬਰ 2 ਦੇਖੋ ਉੱਪਰ, ਇੱਕ ਮਿੰਟ हाँ भी अपने को की है ई आर की वैल्यू देखो कितनी सी, आई एक्स आर दा होल स्क्वायर प्लस ई एल की वैल्यू कितनी सी, आई एक्स एल
मैंस ई सी की वैल्यू कितनी सी आई एक्स सी का होल स्क्वायर ये तुहाडे कोल आ गया पार्ट हुण असीं इत्थे अगे नूं फर्दर प्रोसीड करते हैं। ਇਹਦੇ ਵਿੱਚੋਂ देखो आई कॉमन है ना इत्थों आई का स्क्वायर आ जू इत्थों भी आई स्क्वायर बाहर निकल जू इन्होंने दोनों चो भी की है आई का स्क्वायर की हो जाएगा आउट हो जाएगा दोनों साइड आई आप कॉमन करके कर देंगे इधर भी देखो आई का स्क्वायर बनता है इधर भी आई का स्क्वायर है वो बनता है तो ये आप कॉमन करके कैंसल कर देंगे इतों सिर्फ जेड स्क्वायर रह जाए वो स्क्वायर है इधर एक बन जाऊगा रूट तो साढ़े को इतने जेड है वो की बन जाऊगा एक्स आर का स्क्वायर प्लस एक्स एल का एक्स मैंस जोड़ा एक्स मैंस एक्स सी का होल स्क्वायर हुण एक्स आर तो अपने को एक रजिस्टेंस ही है ना तो इन्हू की भर सकते हो तुसीं आर का स्क्वायर नैक्सट एक्स एल की पढ़िया सी आपां लास्ट ध्यान च किसी नूं एल मेगा इत्थे साडे कोल की सीगा एल ओमेगा मैंस एक्स की आया सी रेक्टेंस 1 बाय ओमेगा सी का होल स्क्वायर ये लास्ट आर्टिकल च कीता आपां कैपेसिटर लई इंडक्टर लई रजिस्टेंस लई हुण ये तुहाडे कोल एक रिलेशन आ गया इंपीडेंस का हुण तुहानूं ये सारे सिंबल क्लीयर होणगे न्यूमेरिकल च इंपीडेंस कैलकुलेट करने लई कहती आर तुहाडा रजिस्टेंस है एल ओमेगा तुहाडे कोल की हैगा एल कोफिशिएंट आ गया ये अपने को एंगुलर वेलोसिटी है सी कैपेसिटेंस आ गई किसी भी सर्कल की नैक्सट हुण तुहानूं ये फेज कह देण भी तुसीं फेज दसो भी इत्थे फेज कितना ਤਾਂ फेज ਲਈ ਤੁਹਾਨੂੰ ਇੱਥੇ एंगल ड्रॉ करना पैना एक ये वाला ये आ गया फाई फाई एंगल ਅਸੀਂ फाइंड करना भी कितना होगा ਤਾਂ ਤੁਸੀਂ ਇੱਥੇ ਧਿਆਨ ਰੱਖਿਓ ਆਪਣੇ ਕੋਲ ਜਿਹੜਾ tan फाई है ਉਹ ਕੀ ਬਣੂਗਾ ਵੀ परपेंडिकुलर ਪਾਉਣ ਬੇਸ परपेंडिकुलर ਦੇ ਵਿੱਚ ਕੌਣ ਹੁੰਦਾ ਹੈ EL ਤੇ EC ਉਹਦੇ ਪਾਉਣ ਚ ਕੀ ਲਿਖ ਦਾਂਗੇ ਆਪਾਂ R ਇੱਥੇ ਸਾਡੇ ਕੋਲ ਆ ਜਾਊਗਾ ਇਹ ਉੱਪਰ परपेंडिकुलर पार्ट EL मैंस EC ਇਹਦੇ ਅਪॉन ਕੀ ਲਿਖਾਂਗੇ ਅਸੀਂ ER EL मैंस ER ਆ ਜਾਊਗਾ ਹੁਣ ਇਹਦੀਆਂ ਵੈਲਿਊਜ਼ ਜਿਹੜੀਆਂ ਪੁੱਟ ਕਰ ਦਿਓ ਜੋ ਵੀ ਸਾਡੇ ਧਿਆਨ ਦੇ ਵਿੱਚ ਹੋਣਗੀਆਂ फर्स्ट वैल्यू की हैगी EL दी इक्वेशन नंबर 2 देखो आई एक्स एल EC की वैल्यू की है साढ़े को इक्वेशन नंबर 1 आई एक्स सी ते नीचे साढ़े को की हैगा ER की वैल्यू भरो कितों भरोगे थर्ड नंबर इक्वेशन दे विच आई एक्स आर की कॉमन दिस रहा तुहानूं सिर्फ आई दिस रही होगी मेरी आई है ऊपर भी कॉमन अपने को नीचे भी ऊपरों कॉमन करके नीचे वाले ने कैंसल कर दो तो तुहाडे कोल बाकी जिहड़ा पोर्शन है वो की बच जूगा आई आप कॉमन कर लैने ऊपर आ जाना सिर्फ एक्स एल मैंस एक्स सी अपॉन दे विच एक्स आर जिहड़ी आई है वो की हो जाए
कैंसल, इन्हों ਅਸੀਂ कैंसल कर देंगे। ਜਿਹੜਾ रिमेनिंग पोर्शन बच गया साडे कोल वो की रह गया, एक्स एल माइनस एक्स सी अपॉन ਦੇ ਵਿੱਚ ਕੀ ਆ ਜਾਊਗਾ एक्स आर। ਹੁਣ ਇਹਨੂੰ ਅੱਗੇ ਫਰਦਰ ਹੋਰ ਲਿਖਣਾ ਚਾਹੁੰਦੇ ਹੋ ਤੁਸੀਂ ਵੀ ਐਕਸਪੈਂਡ ਕਰਕੇ ਤਾਂ ਉੱਥੇ ਦੀਆਂ ਵੈਲਿਊਜ਼ ਭਰ ਸਕਦੇ ਹੋ, ਜਿਵੇਂ एक्स एल ਦੀ ਕੀ ਸੀ एल ओमेगा, ई सी एक्स सी ਜਿਹੜੀ ਰੈਕਟੈਂਸ ਉਹ ਕਿੰਨੀ ਸੀਗੀ 1 ਬਾਈ ओमेगा सी अपॉन ਦੇ ਵਿੱਚ ਤੁਹਾਡੇ ਕੋਲ एक्स आर ਹੈ ਜਿਹੜਾ ਉਹ ਕਿੰਨਾ ਸੀਗਾ आर। ਇਸ ਤਰ੍ਹਾਂ ਵੀ ਤੁਸੀਂ ਇਹਨੂੰ ਪੁੱਟ ਕਰ ਸਕਦੇ ਹੋ, ਇਹ ਬਣ ਜੂ ਤੁਹਾਡੇ ਇਹ ਆਪਣੇ ਕੋਲ LCR ਸਰਕਟ ਲਈ ਤੁਹਾਨੂੰ ਪੇਪਰ ਦੇ ਵਿੱਚ ਕੀ ਆ ਸਕਦਾ ਵੀ ਫੇਜ਼ ਕੈਲਕੂਲੇਟ ਕਰਨਾ ਤੇ ਨਾਲ ਪਲੱਸ ਦੂਜੀ ਚੀਜ਼ ਕੀ ਹੈ ਤੁਹਾਡੇ ਕੋਲ ਜਿਹੜੀ ਇੰਪੀਡੈਂਸ Z ਜਿਹੜੀ ਉਹ ਕਿੰਨੀ ਹੋਊਗੀ। ਨੈਕਸਟ ਇੱਕ ਚੀਜ਼ ਹੋ ਰਿਹਾ ਇਹਦੇ ਵਿੱਚ ਛੋਟਾ ਜਿਹਾ ਪੁਆਇੰਟ ਜਿਹੜਾ ਆਪਾਂ ਕਰ ਲੈਂਦੇ ਕਵਰ, ਜੇ ਤੁਹਾਨੂੰ ਪੁੱਛ ਲੈਣ ਵੀ ਉਹ ਇਹਦੇ ਵਿੱਚ ਕਰੰਟ ਕਿੰਨਾ ਹੋਊਗਾ ਉਹ ਦੱਸੋ, ਤਾਂ ਤੁਹਾਨੂੰ ਪਤਾ ਵੀ E ਕਿਹਦੇ ਕੋਲ ਹੁੰਦਾ ਹੈ I Z ਦੇ। ਜੇ ਕਰੰਟ ਕੈਲਕੂਲੇਟ ਕਰਨ ਆ ਗਿਆ ਸਾਨੂੰ ਤਾਂ I ਕੀ ਆ ਜਾਊਗਾ Z ਜਿਹੜੀ ਉਹ ਕਿੱਥੇ ਚਲੀ ਜਾਊਗੀ ਇਹਦੇ ਅਪੌਨ ਚ ਜਾਊਗੀ ਤਾਂ ਕੀ ਬਣ ਜੂ ਉੱਪਰ E ਅਪੌਨ ਚ ਕੀ ਆ ਜਾਊਗਾ Z। ਹੁਣ Z ਦੀ ਵੈਲਿਊ ਤੁਹਾਨੂੰ ਧਿਆਨ ਚ ਹੋਊਗੀ ਕਿੰਨੀ ਸੀ ਉੱਪਰ E ਐਜ਼ ਇਟ, Z ਦੇਖੋ ਕਿੰਨਾ ਕੈਲਕੂਲੇਟ ਕੀਤਾ ਆਪਾਂ ਇਹ ਵਾਲਾ ਇਹਨੂੰ Z ਕਹਾਂਗੇ। ਇਹਨੂੰ ਇੱਥੇ ਸਬਸਟੀਟਿਊਟ ਕਰ ਦੋ Z ਦੀ ਪਲੇਸ ਤੇ रूट ਇਹ ਕੀ ਸੀ ਆਪਣੇ ਕੋਲ R ਦਾ ਸਕੁਅਰ L ओमेगा माइनस 1 अपॉन ओमेगा C ਦਾ होल स्क्वायर। ਇਹ ਹੈ ਵੀ ਇਹ ਤੁਹਾਡਾ ਇੰਪੋਰਟੈਂਟ ਆਰਟੀਕਲ ਹੈ, ਇਹਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਕੋਈ ਸਟੈਪ ਲੱਗਦਾ ਹੈ ਉਹ ਮੈਂ ਦੁਬਾਰਾ ਰਿਪੀਟ ਕਰ ਦਿੰਦਾ। हाँ भी ਤੁਹਾਡਾ ਕੋਈ ਕੁਐਰੀ ਜਾਂ ਤੁਹਾਡਾ ਕੋਈ ਕੁਐਸਚਨ ਹੈ ਤਾਂ ਪੁੱਛ ਲਓ। ਕੋਈ ਸਟੈਪ ਨਾ ਕਲੀਅਰ ਹੋਇਆ ਹੋਵੇ ਜਾਂ ਕੋਈ ਡਾਇਗਰਾਮ ਦਾ ਪਾर्ट ग्राफ वाला ठीक है भी मैंस वाला ओके, बाकी भी दसो। ਜਿਹੜਾ ग्राफ वाला आ वाला पोर्शन ਇਹਨੂੰ मैं नवी स्लाइड के ऊपर दस दिना एक मिनट। देखो भी अपने को की हैगा एक लाइन है, एक ऊपर में जी कोई फोर्स लग रही है अपने को F1 नीचे निकलो कोई फोर्स लग रही है F2, डायरेक्शन है ना इक्वल के ऑपोजिट हो गई तो की होगा ये मान लो ਤੁਹਾਡੇ ਕੋਲ 10 न्यूटन है तो ये नीचे कह लो तुसी 8 न्यूटन है। ਹੁਣ ਰਿਜ਼ਲਟੈਂਟ ਜਾਂ ਨੈਟ ਆਪਾਂ ਕੱਢਣੀ ਹੈ ਵੀ ਕਿੰਨੀ ਐਕਟ ਕਰੂ ਤੇ ਕਿਹੜੀ ਡਾਇਰੈਕਸ਼ਨ ਚ ਕਰੂ, ਤਾਂ ਉੱਪਰ ਵਾਲੀ ਕਰੂ ਕਿਉਂਕਿ ਜ਼ਿਆਦਾ ਹੈ ਇਹ 10 ਹੈ,
नीचे ਜਿਹੜੀ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਹੈ ਇਹਦਾ ਸਾਈਨ ਕੀ ਆ ਜਾਊਗਾ ਮੈਂਸ ਤਾਂ ਤੁਹਾਡੇ ਕੋਲੇ ਰਿਜ਼ਲਟੈਂਟ ਕੀ ਰਹੇਗਾ ਸਿਰਫ 2 ਨਿਊਟਨ ਫੋਰਸ ਯਾਨੀ ਕਿ ਉੱਪਰ ਵੱਲ ਨੂੰ ਲਓ ਉਸੇ ਤਰ੍ਹਾਂ ਹੀ ਸਾਡੇ ਕੋਲੇ ਇੰਡਕਟਰ ਦਾ ਕੇਸ ਹੈ ਇਹ 'ਚ ਤੁਸੀਂ ਕੀ ਨੋਟ ਕੀਤਾ ਵੀ ਜਦੋਂ ਤੋਂ ਸਾਡੇ ਕੋਲ ਇੰਡਕਟਰ ਯੂਜ਼ ਕੀਤਾ ਜਾਂਦਾ ਹੈ ਤਾਂ ਫੇਜ਼ ਅੱਗੇ ਚਲਾ ਜਾਂਦਾ ਹੈ π/2 ਜਦੋਂ ਕਪੈਸਿਟਰ ਹੁੰਦਾ ਉਦੋਂ ਕਿੱਥੇ ਚਲਾ ਜਾਂਦਾ ਉਹ ਪਿੱਛੇ ਚਲਾ ਜਾਂਦਾ ਜਿਹੜਾ π/2 ਹੁਣ ਅਸੀਂ ਫਾਈਂਡ ਕਰਨਾ ਚਾਹੁੰਦੇ ਵੀ ਰਿਜ਼ਲਟੈਂਟ ਕਿੰਨਾ ਕੁ ਐਕਟ ਕਰ ਰਿਹਾ ਤਾਂ ਰਿਜ਼ਲਟੈਂਟ ਲਈ ਤੁਹਾਨੂੰ ਪਤਾ ਵੀ ਜਿਹੜੀ ਆਹ ਸਾਈਡ ਹੈ ਆਪਣੇ ਕੋਲ ਆਹ ਵਾਲੀ ਇਹ ਕਿਹਦੇ ਅਲੋਂਗ ਲਾਈ ਕਰਦੀ ਹੈ y ਐਕਸਿਸ ਤੇ ਇਹ ਦੇਖੋ y ਐਕਸਿਸ ਆ ਗਈ ਹੁਣ ਇਹਦਾ ਰਿਜ਼ਲਟੈਂਟ ਕਿਵੇਂ ਲਓਗੇ ਇਹ ਉੱਪਰ ਪੋਜ਼ਿਟਿਵ ਸਾਈਡ ਆ ਗਈ ਇਹ ਜ਼ਿਆਦਾ ਹੈਗੀ ਇਹਦੇ ਵਿੱਚੋਂ ਅਸੀਂ ਕੁਝ ਪਾਰਟ ਜਿਹੜਾ ਨੀਚੇ ਨੂੰ ਆਪੋਜੀਟ ਚੱਲ ਰਿਹਾ ਹੈ ਉਹ ਕੀ ਕਰ ਲਾਂਗੇ ਮਾਈਨਸ ਕਰ ਲਾਂਗੇ ਫਿਰ ਤੁਹਾਨੂੰ ਇਹ y ਐਕਸਿਸ ਦੇ ਅਲੋਂਗ ਜਿਹੜਾ ਵੀ ਪਾਰਟ ਹੈ ਜਿਹੜਾ ਪੋਰਸ਼ਨ ਹੈ EMF ਦਾ ਉਹ ਮਿਲੂਗਾ ਜਿਹੜਾ ਆਪਾਂ ਕਿਹਾ ਸੀਗਾ ਇਹ ਵਾਲਾ ਪਾਰਟ ਆ ਗਿਆ ਇਹਦੇ ਅਲੋਂਗ ਜਦੋਂ ਆਪਾਂ ਰੈਜ਼ਿਸਟੈਂਸ ਦੇ ਅਲੋਂਗ ਰੈਜ਼ਿਸਟੈਂਸ ਦੇ ਵਿੱਚੋਂ AC ਕਰੰਟ ਪਾਸ ਕੀਤਾ ਸੀ ਤਾਂ ਕੀ ਸਟੱਡੀ ਕੀਤਾ ਸੀ ਵੀ ਦੋਨਾਂ ਦਾ ਫੇਜ਼ ਕੀ ਰਹਿੰਦਾ ਇੱਥੇ ਸੇਮ ਤਾਂ ਕਰਕੇ ਤੁਹਾਡੇ ਕੋਲ ਇੱਥੇ ਕੀ ਆ ਗਿਆ ਸੀਗਾ ER ਨੈਕਸਟ ਹੋਰ ਵੀ ਕੋਈ ਪ੍ਰੋਬਲਮ ਪ੍ਰਦੀਪ ਕਲੀਅਰ ਬੱਚੇ ओके बाकी किसी जगह कोई प्रॉब्लम है तो पूछ लो नहीं तो एक छोटा है टॉपिक फिर मैं एक होर करवाना है फिर कल आप करांगे एक पावर वाला आर्टिकल ते LC ऑसिलेशंस का कंसेप्ट करना चलो अगला पार्ट अपने को छोटा है टॉपिक है भी सिंपल जा बस 1-2 मिनट नहीं काम है अपने को अगला पार्ट है भी रेजोनेंस फ्रीक्वेंसी केमिस्ट्री वाल तो पढ़ते हैं आप भी रेजोनेंस की होंगी है बट इत्थे नाल एक वर्ड यूज किया गया रेजोनेंस फ्रीक्वेंसी इन्हों असीं इहदा सिंबल न्यू ही यूज करांगे ये वाला फ्रीक्वेंसी का पर मेन है की चीज़ है ये जो LCR सर्किट लगाने ना इंडक्टर कैपेसिटर ते रेजिस्टेंस तो वो की है भी मैक्सिमम करंट जिहड़ा सानूं दिंदा हैगा किसी खास एंगुलर फ्रीक्वेंसी के उपर ओमेगा ते तो उस फ्रीक्वेंसी की बोलते हैं कि रेजोनेंस फ्रीक्वेंसी देखो मैं रिपीट कर रहे हैं आप की कर रहे हैं कि L आ रहे हैं L फिर C लाता ते एक R LCR ये सर्किट के थ्रू आप करंट तो पास कर रहे हैं कि AC जो तुम AC करंट है पास करोगे तो उस टाइम ते तुहानूं भी मैक्सीमम करंट है वो ऑबटेन हुंदा हैगा जिहड़ी फ्रीक्वेंसी के उपर ओमेगा ते तां तुसीं उहनूं की बोल दोगे रेजोनेंस फ्रीक्वेंसी तो इस सर्किट दे विच की हुंदा भी जो तुसीं रेजोनेंस फ्रीक्वेंसी की डेफिनेशन है सिर्फ जी मैं तुहानूं दस रहा जिहदा एक्सप्रैशन तुहानूं ड्राइव करना होंदा है तो की हुंदा भी आपां मन के चलदे इहदे विच ये एक्सप्रैशन है तुहाडे कोल जिहड़ा आपां ड्राइव करना है भी XL है वो किहदे इक्वल होगा XC दे XL इक्वल टू XC यानी कि रेक्टेंस दोनों की वो सेम रहिंदी है तो उस केस के विच की होगा आप इसकी वैल्यूज भर देंगे नहीं XL की वैल्यू की सी अपने को L ओमेगा XC की वैल्यू की सी अपने को 1/ओमेगा C हुण इहनूं असीं इत्थे पुट करांगे
ਇਹ ਕੀ ਆ ਜਾਊਗਾ ਸਾਡੇ ਕੋਲ L ओमेगा, ये ਕੀ ਆ ਜਾਊਗਾ 1 by ओमेगा C। ਹੁਣ ਤੁਸੀਂ ਕੀ ਕਰਨੀ ਹੈ ਵੀ ਫ੍ਰੀਕੁਐਂਸੀ ਤਾਂ ਇਹਨੂੰ ਉੱਪਰ ਲੈ ਜਾਓ ਤੇ L ਜਿਹੜਾ ਉਹਨੂੰ ਕੀ ਲਿਆਓ नीचे, तो ऊपर जाके ओमेगा ओमेगा की बन जाऊ ओमेगा का स्केयर, ये की बन जाऊगा 1 upon L C। ਹੁਣ ਜਿਹੜਾ ਇਹ ਵਾਲਾ ਪਾਰਟ ਹੈ ओमेगा ਇਹਦਾ ਸਕੇਅਰ ਹੈ ਨਾ, ਉਹ ਦੂਜੀ ਸਾਈਡ ਜਾ ਕੇ ਕੀ ਬਣ ਜਾਣਾ ਇਹਨੇ रूट 1 ਦਾ रूट ਕਰਾਂਗੇ ਤਾਂ ਉਹੀ ਰਹਿ ਜਾਊਗਾ, ਨੀਚੇ ਕੀ ਆ ਜਾਊਗਾ L ਤੇ C ਦਾ रूट। ਹੁਣ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਇੱਕ ओमेगा ਦੀ ਵੈਲਿਊ ਨੋਟ ਕਰਵਾਈ ਸੀ, ओमेगा ਦੀ 2 ਪਾਈ अपॉन T, ਤਾਂ ਇਹਦੀ ਵੈਲਿਊ ਪੁੱਟ ਕਰੋ 2 ਪਾਈ अपॉन T, 2 पाई अपॉन T इक्वल 1 अपॉन रूट L C। ਹੁਣ ਜਿਹੜਾ 2 ਪਾਈ ਹੈ ਉਹਨੂੰ ਦੂਜੀ ਸਾਈਡ ਲੈ ਜਾਓ, ਇੱਥੇ ਸਿਰਫ 1 अपॉन T 2 ਪਾਈ ਡਿਵਾਈਡ ਚ ਆਊਗਾ ਤਾਂ ਕੀ ਬਣ ਜਾਊਗਾ 1 by 2 ਪਾਈ L ਤੇ C। ਹੁਣ ਰਹਿ ਗਿਆ 1 upon T, ਤੁਹਾਨੂੰ ਪਤਾ ਫ੍ਰੀਕੁਐਂਸੀ ਕੀ ਹੁੰਦੀ ਹੈ 1 upon T, ਯਾਨੀ ਕਿ ਟਾਈਮ ਪੀਰੀਅਡ ਦਾ ਕੀ ਹੁੰਦੀ ਹੈ ਉਹ ਰੈਸੀਪ੍ਰੋਕਲ ਹੁੰਦੀ ਹੈ। ਤਾਂ ਤੁਸੀਂ ਇਹਨੂੰ ਕੀ ਪੁੱਟ ਕਰ ਸਕਦੇ ਹੋ ਇੱਥੇ, ਜਿਹੜਾ ਇਹ ਵਾਲਾ ਪਾਰਟ ਹੈ ਨਾ ਇਹਨੂੰ ਅਸੀਂ ਭਰ ਸਕਦੇ ਹਾਂ ਕਿ ਫ੍ਰੀਕੁਐਂਸੀ, ਤਾਂ ਤੁਹਾਡਾ ਰਿਲੇਸ਼ਨ ਡਰਾਈਵ ਹੋ ਕੇ ਆ ਗਿਆ ਵੀ 2 ਪਾਈ upon L C, ਇਹ ਰੈਜ਼ੋਨੈਂਟ ਫ੍ਰੀਕੁਐਂਸੀ ਆ ਗਈ ਜਿਹੜੀ ਆਪਾਂ ਨੂੰ ਸਰਕਟ ਦੇ ਵਿੱਚ ਮੈਕਸਿਮਮ ਕਰੰਟ ਜਿਹੜਾ ਉਹ ਆਫਰ ਕਰੂਗੀ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਕੱਲ ਦੱਸਣਾ ਥੋੜਾ ਜਿਹਾ ਜਿਹੜਾ એનર્ਜੀ ਸਟੋਰ ਇਹਨਾਂ ਕੈਪੈਸੀਟਰ ਇੰਡਕਟਰ ਦੇ ਵਿੱਚ ਕਿਸ ਫਾਰਮ ਦੇ ਵਿੱਚ ਸਟੋਰ ਹੁੰਦੀ ਹੈ એનર્ਜੀ, ਜਾਂ ਆਪਾਂ LC ਓਸੀਲੇਸ਼ਨ ਜਿਹੜੀਆਂ ਉਹਨਾਂ ਦਾ ਐਕਸਪ੍ਰੈਸ਼ਨ ਦੇਖਣਾ ਵੀ ਕਿਸ ਤਰ੍ਹਾਂ LC ਓਸੀਲੇਸ਼ਨ ਦਾ ਇੱਕ ਸਰਕਟ ਦੇ ਵਿੱਚ ਪ੍ਰੋਡਿਊਸ ਹੁੰਦੀ। ਇੱਕ ਨਵੀਂ ਚੀਜ਼ ਜਿਹੜੀ ਆਪਾਂ ਸਿੱਖਾਂਗੇ ਇੱਥੇ ਟਰਾਂਸਫਾਰਮਰ ਜਿਹੜਾ ਸਾਡਾ ਉਹ ਕਿਵੇਂ ਵਰਕ ਕਰਦਾ ਹੈਗਾ, ਇਹ ਵਾਲਾ ਪਾਰਟ, ਤੇ ਉਹਦੇ ਨਾਲ ਹੈਗਾ ਸਾਡੇ ਕੋਲ ਇੱਕ ਚੀਜ਼ ਹੋਰ ਵੀ ਜਿਹੜੇ ਸਾਡੇ ਕੈਪੈਸੀਟਰ ਨਹੀਂ ਹੁੰਦੇ ਜਿਹੜੇ ਫੈਨ ਦੇ ਵਿੱਚ ਤੁਸੀਂ ਦੇਖੇ ਹੋਣੇ ਸੈੱਲ ਲੱਗੇ ਹੁੰਦੇ ਆ, ਉਹ ਸਿਰਫ ਕਿਹਨੂੰ ਅਲਾਉ ਕਰਦੇ ਨੇ ਓਨਲੀ AC, DC ਨੂੰ ਬਲੌਕ ਕਿਉਂ ਕਰ ਦਿੰਦੇ ਨੇ, ਉਹਦਾ ਆਨਸਰ ਤੁਹਾਨੂੰ ਇੱਥੇ ਮਿਲ ਜੂਗਾ। ਵੈਸੇ ਦੀ ਫ੍ਰੀਕੁਐਂਸੀ ਜਿਹੜੀ ਨਾ ਉਹ ਕੀ ਹੁੰਦੀ ਹੈ DC ਦੀ 0 ਹੁੰਦੀ ਹੈ, 0 ਹੁੰਦੀ ਹੈ ਤਾਂ ਉੱਥੇ ਜਿਹੜਾ ਇਨਫਾਈਨਾਈਟ EMF ਬਣ ਜਾਂਦੀ ਹੈ ਜਿਹੜੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ। ਚਲੋ ਤੁਹਾਨੂੰ ਮੈਂ ਐਕਸਪ੍ਰੈਸ਼ਨ ਦੇ ਥਰੂ ਕਰਵਾ ਦੂੰਗਾ, ਜੇ ਤੁਹਾਡਾ ਕੋਈ ਡਾਊਟ ਹੈ ਤਾਂ ਮੈਨੂੰ ਫ੍ਰੀਕੁਐਂਸੀ ਦੇ ਵਿੱਚ ਬੋਲ ਦਿਓ। ਬਾਕੀ ਓਵਰਆਲ ਠੀਕ ਰਿਹਾ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ? ਠੀਕ ਹੈ ਓਕੇ ਵੀ ਜਸਪ੍ਰੀਤ, ਠੀਕ ਹੈ ਵੀ ਪ੍ਰਦੀਪ, ਠੀਕ ਹੈ ਵੀ ਕਲਾਸ ਲੀਵ ਕਰ ਸਕਦੇ ਹੋ। ਕੱਲ ਆਪਾਂ ਨੈਕਸਟ ਜਿਹੜਾ ਨਵੇਂ ਟੌਪਿਕ ਨਾਲ ਜਿਹੜਾ ਅਗਲਾ ਪਾਰਟ ਕੰਟੀਨਿਊ ਕਰਾਂਗੇ। ਬਸ ਤੁਸੀਂ ਮੰਨ ਕੇ ਚਲੋ ਜਿਹੜਾ ਤੁਹਾਡਾ CBSE ਟਰਮ ਦਾ ਤਾਂ ਜਿਹੜਾ ਆਪਣੇ ਰਹਿ ਗਏ 4th ਰਾਉਂਡ ਦੇ 2 ਜਾਂ 3 ਦਿਨਾਂ ਦਾ ਟੌਪਿਕ ਜਿਹੜੇ ਉਹ ਰਹਿ ਗਏ, ਸਿਰਫ ਇੱਕ ਦਿਨ ਤੁਹਾਡਾ ਕੋਈ ਡਾਊਟ ਸੈਸ਼ਨ ਹੈ ਉਹ ਲੈ ਲਾਂਗੇ ਆਪਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਰਿਵਾਈਜ਼ ਕਰ ਲਾਂਗੇ, ਤੇ ਬਾਕੀ ਜਿਹੜਾ ਪੰਜਾਬ ਬੋਰਡ ਦਾ ਜਿਹੜਾ ਪਾਰਟ ਰਹਿ ਗਿਆ ਥੋੜਾ ਬਹੁਤਾ ਜਿੰਨਾ ਉਹਨਾਂ ਨੂੰ ਫਸਟ ਟਾਈਮ ਟਰਮ ਦੇ ਵਿੱਚ ਪਹਿਲੇ ਪੇਪਰ 'ਚ ਕੁਝ ਵੱਧ ਤਾਂ ਨਾਲ ਇੱਕ ਲੈਸਨ ਆਪਾਂ ਇੱਕ ਹੋਰ ਕਰ ਸਕਦੇ ਹਾਂ, ਜ਼ਿਆਦਾ ਨਹੀਂ, ਫਿਰ ਆਪਾਂ ਰਿਵੀਜ਼ਨ ਕਰਾਂਗੇ ਕੁਛ। ਠੀਕ ਹੈ ਵੀ ਕਲਾਸ ਲੀਵ ਕਰ ਸਕਦੇ